ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਭੱਟਾਂ ਨੇ ਗੁਰੂ ਸਾਹਿਬ ਦੀ ਉਸਤਰੀ ਦੇ ਵਿੱਚ ਬਹੁਤ ਗੁਣਗਾਨ ਸੁੰਦਰ ਤਰੀਕੇ ਨਾਲ ਕੀਤਾ, ਜਿਨ੍ਹਾਂ ਦੀ ਰਚਨਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਉਹਨਾਂ ਭੱਟਾਂ ਦੇ ਵਿੱਚੋਂ ਅੱਜ ਭੱਟ ਕੀਰਤ ਜੀ, ਜਿਨ੍ਹਾਂ ਨੇ ਸਮੇਤ ਪਰਿਵਾਰ ਸ਼ਹੀਦੀ ਵੀ ਪਾਈ, ਉਹਨਾਂ ਬਾਰੇ ਆਪ ਜੀ ਨਾਲ ਵਿਚਾਰ ਸਾਂਝੇ ਕਰੀਏ। 11 ਅਕਤੂਬਰ 1711 ਨੂੰ ਬਹਾਦਰ ਸ਼ਾਹ ਦੇ ਹੁਕਮ ਨਾਲ ਭੱਟ ਕੀਰਤ ਜੀ ਦੇ 3 ਪੋਤੇ ਅਤੇ 4 ਪੜਪੋਤੇ ਅਰਥਾਤ ਸਮੇਤ ਭਾਈ ਸਾਹਿਬ ਸਾਰੇ ਜਣੇ ਧਰਤੀ ਦੇ ਵਿੱਚ ਗੱਡ ਕੇ ਸ਼ਹੀਦ ਕੀਤੇ ਸਨ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਭੱਟ ਕੀਰਤ ਜੀ, ਜਿਨ੍ਹਾਂ ਨੇ ਜਬਰ ਜ਼ੁਲਮ ਦੇ ਖਿਲਾਫ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਵਾਈ ਹੇਠ ਅੰਮ੍ਰਿਤਸਰ ਸਾਹਿਬ ਵਿੱਚ ਯੁੱਧ ਕੀਤਾ, ਸ਼ਹੀਦੀ ਪ੍ਰਾਪਤ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭੱਟ ਕੀਰਤ ਜੀ ਦੇ 8 ਸਵਈਏ ਦਰਜ ਨੇ। ਉਹਨਾਂ ਦੇ ਸਵਈਏ ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ ਦੇ ਗਹਿਣ ਉਪਰੰਤ ਸ਼੍ਰੀ ਹਰਿਮੰਦਰ ਸਾਹਿਬ ਅੰਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਇਹਨਾਂ ਸਵਈਆਂ ਨਾਲ ਸਿੱਖਾਂ ਦਾ ਨਿਤਨੇਮ ਵੀ ਆਰੰਭ ਹੁੰਦਾ ਹੈ। ਭੱਟ ਕੀਰਤ ਜੀ ਨੇ ਅੰਮ੍ਰਿਤਸਰ ਦੀ ਜੰਗ ਵਿੱਚ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ। ਗਿਆਨੀ ਗਰਜਾ ਸਿੰਘ ਨੇ ਪਟਵਈਆ ਨੂੰ ਇਤਿਹਾਸਕ ਜਾਣਕਾਰੀ ਦੇ ਸਰੋਤ ਵਜੋਂ ਵਰਤਿਆ। ਇਸ ਤੱਤ ਨੂੰ ਉਜਾਗਰ ਕੀਤਾ ਅਤੇ ਭਾਈ ਉਸ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਦੀ ਭੂਮਿਕਾ ਵਿੱਚ ਲਿਖਦਾ ਹੈ। ਕੀਰਤ ਜੀ ਦੀ ਸ਼ਹੀਦੀ ਭਾਈ ਮਨੀ ਸਿੰਘ ਜੀ ਦੇ ਦਾਦਾ ਬੱਲੂ ਪਵਾਰ ਸਮੇਤ ਅੰਮ੍ਰਿਤਸਰ ਵਿੱਚ ਮੁਖਲਿਸ ਖਾਨ ਫੌਜਦਾਰ ਗੋਰਖਪੁਰੀ ਨਾਲ ਲੜਦਿਆਂ 17 ਵਿਸਾਖ 1691 ਬਿਕਰਮੀ ਭਾਵ 15 ਅਪ੍ਰੈਲ 1634 ਈਸਵੀ ਦੇ ਵਿੱਚ ਹੋਈ ਸੀ। ਕੀਰਤ ਜੀ ਦੀ ਸ਼ਹੀਦੀ ਵਾਲਾ ਯੁੱਧ ਸਿੱਖ ਇਤਿਹਾਸ ਦਾ ਉਹ ਜੰਗ ਹੈ ਜਿਹੜਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਅਕਾਲ ਤਖਤ ਦੀ ਸਥਾਪਨਾ ਤੋਂ ਬਾਅਦ ਲੜਿਆ ਗਿਆ ਸੀ। ਇਸ ਯੁੱਧ ਖੇਤਰ ਦੇ ਵਿੱਚ ਆਪ ਜੀ ਨੇ ਸ਼ਹੀਦੀ ਪਾਈ ਸੀ। ਉਸ ਤੋਂ ਉਪਰੰਤ ਆਪ ਜੀ ਦੇ ਪੋਤਰੇ ਅਤੇ ਪੜਪੋਤੇ 7 ਜੀ, ਜਿਨ੍ਹਾਂ ਨੂੰ ਬਹਾਦਰ ਸ਼ਾਹ ਨੇ ਧਰਤੀ ਦੇ ਵਿੱਚ ਗੱਡ ਕੇ ਸ਼ਹੀਦ ਕੀਤਾ ਸੀ, ਉਹਨਾਂ ਦੀ ਸ਼ਹੀਦੀ ਮੁਆਫ ਕਰਨਾ ਬਾਅਦ ਦੇ ਵਿੱਚ ਹੋਈ ਸੀ, ਕਿਉਂਕਿ ਇਹ 1634 ਦੇ ਵਿੱਚ ਭਾਈ ਸਾਹਿਬ ਦੀ ਭੱਟ ਕੀਰਤ ਜੀ ਦੀ ਸ਼ਹੀਦੀ ਹੋਈ ਅਤੇ 1711 ਦੇ ਵਿੱਚ ਭੱਟ ਕੀਰਤ ਜੀ ਦੇ 3 ਪੋਤੇ ਅਤੇ 4 ਪੜਪੋਤੇ 7 ਜੀਆਂ ਨੂੰ ਬਹਾਦਰ ਸ਼ਾਹ ਦੇ ਹੁਕਮ ਦੇ ਨਾਲ ਧਰਤੀ ਵਿੱਚ ਗੱਡ ਕੇ ਸ਼ਹੀਦ ਕੀਤਾ ਗਿਆ ਸੀ। ਸੋ ਆਓ ਅੱਗੇ ਚੱਲੀਏ। ਕੀਰਤ ਜੀ ਦੀ ਸ਼ਹੀਦੀ ਵਾਲਾ ਯੁੱਧ ਸਿੱਖ ਇਤਿਹਾਸ ਦਾ ਉਹ ਯੁੱਧ ਹੈ ਜਿਸ ਵੇਲੇ ਅਕਾਲ ਤਖਤ ਦੀ ਸਥਾਪਨਾ ਤੋਂ ਬਾਅਦ ਇਹ ਯੁੱਧ ਅੰਮ੍ਰਿਤਸਰ ਦੇ ਵਿੱਚ ਲੜਿਆ ਗਿਆ ਸੀ, ਜਦੋਂ ਬੀਬੀ ਵੀਰੋ ਜੀ ਦੀ ਸ਼ਾਦੀ ਵੀ ਰੱਖੀ ਹੋਈ ਸੀ। ਅੰਮ੍ਰਿਤਸਰ ਜਿੱਥੇ ਵਿਧੀਵਤ ਰੂਪ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ਨਾ ਅਤੇ ਸਥਾਪਨਾ ਹੋਈ ਸੀ, ਜਿਹੜਾ ਹਰਿਮੰਦਰ ਸਾਹਿਬ ਦੇ ਰੂਪ ਵਿੱਚ ਸਿੱਖ ਚਿੰਤਨ, ਸ਼ਹਾਦਤ ਅਤੇ ਇਤਿਹਾਸ ਦਾ ਕੇਂਦਰ ਹੈ, ਇਹ ਸਿੱਖੀ ਦਾ ਹਿਰਦਾ ਹੈ। ਅਤੇ ਭੱਟ ਕੀਰਤ ਜੀ ਨੇ ਇੱਥੇ ਹੀ ਸ਼ਹਾਦਤ ਪ੍ਰਾਪਤ ਕੀਤੀ। ਭੱਟ ਕੀਰਤ ਜੀ ਦੀ ਕੁਰਬਾਨੀ ਦਾ ਮਹੱਤਵ ਇਸ ਕਰਕੇ ਵੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਾਕਾਰ ਕਰਨ ਹਿਤ ਅਮਲੀ ਰੂਪ ਵਿੱਚ ਵਿਚਰਦਿਆਂ ਜਿਸ ਰਾਹੇ ਗੁਰੂ ਗਏ ਉਸੇ ਰਾਹ ਵੀ ਗਿਆ। ਉਸ ਨੇ ਗੁਰੂ ਹਰਗੋਬਿੰਦ ਸਿੰਘ ਵੱਲੋਂ ਧਾਰੀਆਂ ਮੀਰੀ ਅਤੇ ਪੀਰੀ ਦੀਆਂ 2 ਤਲਵਾਰਾਂ ਦੇ ਪ੍ਰਤੀਕਰਮ ਹੱਥਾਂ ਨੂੰ ਪ੍ਰਤੱਖ ਰੂਪ ਵਿੱਚ ਸਿੱਧ ਕੀਤਾ। ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸ਼ਹੀਦ ਹੋਇਆ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਸਿੱਖ ਧਾਰਾ ਜਿਸ ਸਿਫਤੀ ਤਬਦੀਲੀ ਦੇ ਦੌਰ ਵਿੱਚ ਪ੍ਰਵੇਸ਼ ਕਰਦੀ ਹੈ, ਜਿਸ ਉੱਤੇ ਗੁਰਬਾਣੀ ਆਧਾਰਿਤ ਜੀਵਨ ਦਾ ਸਿੱਖ ਮੱਲ ਉਸਰਿਆ, ਸ਼ਹੀਦੀ ਪ੍ਰਾਪਤ ਕਰਕੇ ਭੱਟ ਕੀਰਤ ਜੀ ਉਹਦੀ ਨੀਂਹ ਦੇ ਪਹਿਲੇ ਪੱਥਰਾਂ ਵਿੱਚ ਸ਼ੁਮਾਰ ਹੋ ਗਏ, ਭਾਵ ਪਹਿਲੇ ਸ਼ਹੀਦ ਬਣੇ। ਹੋਰਾਂ ਸਮੇਤ ਭੱਟ ਕੀਰਤ ਜੀ ਦੇ ਨਾਲ ਇੱਕ ਹੋਰ ਮਹਾਨ ਸਿੱਖ
ਬੱਲੂ ਪਵਾਰ ਜੀ ਸ਼ਹੀਦ ਹੋਇਆ, ਜਿਸ ਦੇ ਆਤਮਿਕ ਬਲ ਦੀ ਅੰਸ਼ ਭਾਈ ਮਨੀ ਸਿੰਘ ਦੇ ਰੂਪ ਵਿੱਚ ਸਿੱਖ ਇਤਿਹਾਸ ਅੰਦਰ ਸ਼ਹੀਦਾਂ ਦਾ ਪ੍ਰਤੀਕ ਬਣ ਜੜੀ ਗਈ ਹੈ, ਜਿਨ੍ਹਾਂ ਦੇ ਬਾਅਦ ਵਿੱਚ ਸਾਰੇ 82 ਜੀ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ। ਭਾਈ ਬੱਲੂ ਜੀ, ਭਾਈ ਬੱਲੂ ਪਵਾਰ ਜੀ ਭਾਈ ਮਨੀ ਸਿੰਘ ਦਾ ਦਾਦਾ ਸੀ। ਬੱਲੂ ਜੀ ਦੇ ਪੋਤੇ ਭਾਈ ਮਨੀ ਸਿੰਘ ਨਾਲ ਸ਼ਹਾਦਤ ਸਿੱਖਾਂ ਦੇ ਰੋਮ ਰੋਮ ਵਿੱਚ ਰੁੱਖ ਬਣ ਉੱਗਦੀ ਹੈ। ਹੋਰ ਸਿੱਖਾਂ ਸਮੇਤ ਪਾਤ ਕੀਰਤ ਜੀ ਨੇ ਬੱਲੂ ਜੀ ਨੇ ਇਕੱਠਿਆਂ ਸ਼ਹਾਦਤ ਪ੍ਰਾਪਤ ਕੀਤੀ ਸੀ। ਇਹਨਾਂ ਸ਼ਹਾਦਤਾਂ ਨਾਲ ਸਿੱਖਾਂ ਅੰਦਰ ਸ਼ਹੀਦੀਆਂ ਦਾ ਝੱਖੜ ਜਿਹਾ ਝੁੱਲ ਗਿਆ। ਸਿੱਖ ਸ਼ਬਦ ਸ਼ਹਾਦਤ ਦਾ ਸਮਾਨ ਅਰਥੀ ਹੋ ਜਾਂਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸ਼ਹਾਦਤ ਦਾ ਗੀਤ ਬਣ ਗਈ ਸੀ। ਇਸ ਨੂੰ ਗਾਉਣ ਦਾ ਅਰਥ ਹੀ ਸ਼ਹਾਦਤ ਵੱਲ ਤੁਰਨਾ ਹੋ ਗਿਆ ਸੀ। ਪਾਠ ਕੀਰਤ ਜੀ ਨੇ ਵੀ ਇਹ ਗੀਤ ਲਿਖਿਆ ਅਤੇ ਗਾਇਆ। ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਗੁਰਬਾਣੀ ਗਾਉਂਦੇ ਜਾਣ ਨਾਲ ਤਾਂ ਇਹ ਭੂਖੰਡ ਵਿੱਚ ਇੱਕ ਤੂਫਾਨ ਉੱਠ ਖੜ੍ਹਾ ਹੋਇਆ ਸੀ। ਬ੍ਰਹਿਮੰਡ ਅੰਦਰ ਸਿਰਫ ਅਤੇ ਸਿਰਫ ਗੁਰਬਾਣੀ ਹੀ ਗੂੰਜਦੀ ਅਤੇ ਗੁਰਬਾਣੀ ਦਾ ਸ਼ਬਦ ਵਿਸਮਾਦ ਨਾਦ ਬਣ ਤਲਵਾਰ ਨਾਲ ਚੀਰੇ ਜਾ ਰਹੇ ਕੰਠ ਅੰਦਰੋਂ ਅਲੋਕਾਰ ਸੰਗੀਤ ਬਣ ਕੇ ਗਰਜ ਰਿਹਾ ਸੀ। ਖਾਲਸਾ ਇਸੇ ਗੂੰਜ ਦੀ ਪ੍ਰਤੀ ਧੁਨੀ ਸੀ। ਇਹ ਗੂੰਜ ਅਕਾਲ ਰੂਪ ਵਿੱਚ ਧਾਰ ਕਰ ਗਈ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗੂੰਜ ਨੂੰ ਜਾਪ ਸਾਹਿਬ ਦੇ ਰੂਪ ਵਿੱਚ ਸ਼ਬਦਾਂ ਅੰਦਰ ਬੰਨ੍ਹਿਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੂੰਜ ਦੇ ਸ਼ਬਦ ਬਣੇ ਜਾਪ ਸਾਹਿਬ ਦੇ ਨੇ ਖਾਲਸੇ ਨੂੰ ਬ੍ਰਹਿਮੰਡ ਅੰਦਰ ਨੱਚਦੀ ਮੱਚਦੀ ਸ਼ਹਾਦਤ ਦਾ ਰੂਪ ਦਿੱਤਾ। ਬਹਾਦਰ ਸ਼ਾਹ ਨੇ ਗੁਰਬਾਣੀ ਅੰਦਰ ਗੂੰਜ ਰਹੇ ਪੰਜਾਬ ਨੂੰ ਗੂੰਗਾ ਕਰਨ ਲਈ 11 ਅਕਤੂਬਰ 1711 ਨੂੰ ਫਰਮਾਨ ਜਾਰੀ ਕੀਤਾ। ਨਾਨਕ ਪ੍ਰਸਤਾ ਹਰ ਜਾ ਕੇ ਵਾ ਬੰਦ ਵਾ ਕਤਲ ਰਸਾਨਦ, ਅਰਥਾਤ ਜਿਵੇਂ ਕੋਈ ਨਾਨਕ ਦਾ ਨਾਮ ਲੇਵਾ ਮਿਲੇ ਉਸ ਨੂੰ ਫੜ ਕੇ ਕਤਲ ਕਰ ਦਿੱਤਾ ਜਾਵੇ। ਇਸ ਫਰਮਾਨ ਅਧੀਨ ਸੰਨਿਆਸੀਆਂ ਅਤੇ ਉਦਾਸੀਆਂ ਦੇ ਡੇਰੇ ਤੱਕ ਉਜਾੜ ਦਿੱਤੇ ਗਏ। ਹਿੰਦੂਆਂ ਵਿਰੁੱਧ ਦਾੜੀ ਅਤੇ ਵਾਲ ਨਾ ਰੱਖਣ ਦੀ ਮਨਾਹੀ ਦਾ ਫਰਮਾਨ ਜਾਰੀ ਕੀਤਾ ਗਿਆ। ਜ਼ਬਰ ਦੇ ਇਸ ਦੌਰ ਦੌਰਾਨ ਹੀ ਪਾਠ ਕੀਰਤ ਜੀ ਦੇ ਸਿੰਘ ਸੱਜੇ 3 ਪੋਤੇ ਅਤੇ 4 ਪੜਪੋਤੇ ਅਰਥਾਤ 7 ਜਣੇ ਧਰਤੀ ਵਿੱਚ ਗੱਡ ਕੇ ਸ਼ਹੀਦ ਕੀਤੇ ਗਏ। ਅਧਿਐਨ ਦੇ ਆਧਾਰ ਉੱਤੇ ਇਹ ਮਤ ਸਥਾਪਿਤ ਹੁੰਦਾ ਹੈ, ਬਾਣੀਕਾਰ ਪਾਠ ਕੀਰਤ ਜੀ ਦੀ ਸ਼ਹਾਦਤ ਨਾਲ ਉਸ ਦੇ ਵੰਸ਼ ਅੰਦਰ ਸ਼ਹੀਦ ਪਰੰਪਰਾ ਦਾ ਮੁੱਢ ਬੱਝਿਆ, ਜਿਸ ਨੇ ਸਿੱਖ ਸਿਰਜਣਾ ਵਿੱਚ ਆਪਣਾ ਨਿੱਘਰ ਯੋਗਦਾਨ ਪਾਇਆ। ਪਾਠ ਕੀਰਤ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਸ਼ਹਾਦਤ ਨੂੰ ਪ੍ਰਾਪਤ ਹੋਣ ਵਾਲਾ ਦੂਜਾ ਬਾਣੀਕਾਰ ਬਣਿਆ। ਗੁਰੂ ਤੇਗ ਬਹਾਦਰ ਨਾਲ ਇਹ ਗਿਣਤੀ 3 ਹੋ ਗਈ। 69 ਸਾਲ ਦੇ ਵਕਫੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਬਾਣੀਕਾਰ ਸ਼ਹੀਦ ਹੋਏ। ਪਹਿਲੀ ਸ਼ਹੀਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪੌਣੇ 2 ਸਾਲ ਬਾਅਦ 30 ਮਈ 1606 ਨੂੰ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ ਲਾਹੌਰ ਵਿਖੇ ਰਾਵੀ ਦਰਿਆ ਵਿੱਚ ਹੋਈ। ਦੂਜੀ ਪਾਠ ਕੀਰਤ ਜੀ ਦੇ ਰੂਪ ਵਿੱਚ 15 ਅਪ੍ਰੈਲ 1634 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਈ। ਔਰ ਤੀਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰੂਪ ਵਿੱਚ 11 ਨਵੰਬਰ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸ਼ਹੀਦੀ ਹੋਈ। ਸੋ ਇਤਿਹਾਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰੇਰਣਾ ਹਿੱਤ ਕੁਰਬਾਨ ਹੋ ਜਾਣ ਦਾ ਕੌਤਕ ਪਤਾ ਨਹੀਂ ਹੋਰ ਕਿੰਨੇ ਸਿੰਘਾਂ ਨੇ ਕਰ ਵਿਖਾਇਆ, ਕਿੰਨਿਆਂ ਦੇ ਹਿੱਸੇ ਆਇਆ ਅਤੇ ਕਿੰਨੇ ਅਜੇ ਆਉਣ ਵਾਲੇ ਵਰਤਮਾਨ ਸਮੇਂ ਦੇ ਵਿੱਚ ਵੀ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ। ਪਰ ਪਿਆਰਿਓ, ਇਹ ਸੀ ਪਾਠ ਕੀਰਤ ਜੀ ਬਾਰੇ, ਜਿਨ੍ਹਾਂ ਨੇ ਆਪਣੀ ਸ਼ਹਾਦਤ ਅਤੇ ਆਪਣੇ ਪਰਿਵਾਰ ਦੇ ਹੋਰ 7 ਜੀਆਂ ਦੀ ਸ਼ਹਾਦਤ ਸਿੱਖ ਕੌਮ ਵਾਸਤੇ ਦਿੱਤੀ। ਔਰ ਬਾਣੀ ਦੇ ਵਿੱਚ ਆਪ ਜੀ ਦੇ 8 ਸਵਈਏ ਵੀ ਦਰਜ ਹਨ। ਸੋ ਆਓ ਹੋਈਆਂ ਭੁੱਲਾਂ ਨੂੰ ਨਾ ਚਿਤਾਰੀਏ, ਗੱਜ ਕੇ ਫਤਿਹ ਗਜਾਈਏ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਿਹਾ ਕਰੋ, ਤਾਂ ਕਿ ਆਪ ਜੀ ਦੇ ਨਾਲ ਇਸੇ ਤਰ੍ਹਾਂ ਹੀ ਵਿਚਾਰ ਚਰਚਾ ਗੁਰਬਾਣੀ ਦੇ ਆਧਾਰ 'ਤੇ, ਸਿੱਖ ਇਤਿਹਾਸ ਦੇ ਆਧਾਰ 'ਤੇ ਸਾਂਝੀ ਕਰਦੇ ਰਹੀਏ ਜੀ। ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ, ਗੱਜ ਕੇ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।